ਸਤਿ ਸ਼੍ਰੀ ਅਕਾਲ जी, स्वागत करते हैं साढ़े दर्शकों का गूंजा सिख फिरसे ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ। ਇਸ ਖਾਸ ਪੇਸ਼ਕਸ਼ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਬੀਤੇ ਹਫਤੇ ਵਿੱਚ ਜਿਹੜੇ ਵੀ ਕੰਮ ਕੀਤੇ ਜਾਂਦੇ ਨੇ ਉਸ ਦੀ ਜਾਣਕਾਰੀ ਦਿੰਦੇ ਹਾਂ। ਸੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਬੀਤੇ ਹਫਤੇ ਜਨਰਲ ਹਾਊਸ ਦੀ ਬੈਠਕ ਕੀਤੀ ਗਈ। ਐਨੇ ਨਹੀਂ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਗੁਰਧਾਮਾਂ ਦੇ ਵਿੱਚ ਕਈ ਪ੍ਰੋਗਰਾਮ ਵੀ ਕਰਵਾਏ ਗਏ। ਸਾਰੀ ਖਬਰ ਦੇ ਬਾਰੇ ਦੱਸਾਂਗੇ। ਸ਼ੁਰੂਆਤ ਕਰਦੇ ਖਾਸ ਪੇਸ਼ਕਸ਼ ਦੀ, ਜਿਸ ਦਾ ਨਾਮ ਗੂੰਜਾ ਸਿੱਖ ਫਿਰਸੇ ਦੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਬੀਤੇ ਦਿਨੀ ਜਨਰਲ ਹਾਊਸ ਦੀ ਬੈਠਕ ਹੋਈ। ਇਸ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਸਣੇ ਕਈ ਹੋਰ ਮੈਂਬਰ ਵੀ ਮੌਜੂਦ ਰਹੇ। ਇਸ ਬੈਠਕ ਦੇ ਵਿੱਚ ਕੀ ਕੁਝ ਖਾਸ ਰਿਹਾ, ਆਓ ਦੇਖਦੇ ਹਾਂ। ਮਨਜੀਤ ਸਿੰਘ ਜੀਕੇ ਦਾ 50 ਕਰੋੜ ਤੋਂ ਵੱਧ ਦਾ ਘਪਲਾ, ਨਕਲੀ ਬਿੱਲ ਵੀ ਹੋਏ ਪਾਸ, ਗੋਲਕਾਂ ਤੇ ਮਾਰੇ ਡਾਕੇ। ਇਹ ਇਲਜ਼ਾਮ ਅਸੀਂ ਨਹੀਂ, ਸਗੋਂ ਇਹ ਇਲਜ਼ਾਮ ਲਾਏ ਗਏ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਵੱਲੋਂ। ਦਰਅਸਲ ਬੀਤੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਹਾਊਸ ਦੀ ਬੈਠਕ ਸੱਦੀ ਗਈ, ਜਿਸ ਵਿੱਚ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਸਣੇ ਕਈ ਹੋਰ ਮੈਂਬਰ ਮੌਜੂਦ ਰਹੇ। ਇਸ ਬੈਠਕ ਦੇ ਵਿੱਚ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਵੀ ਸੱਦਾ ਦਿੱਤਾ ਗਿਆ ਸੀ, ਪਰ ਉਹ ਇਸ ਬੈਠਕ ਦੇ ਵਿੱਚ ਨਹੀਂ ਪਹੁੰਚੇ। ਜਨਰਲ ਹਾਊਸ ਦੀ ਇਸ ਬੈਠਕ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਵੱਲੋਂ ਮਨਜੀਤ ਸਿੰਘ ਜੀਕੇ ਵੱਲੋਂ ਕੀਤੇ ਗਏ ਕਥਿਤ ਘਪਲਿਆਂ ਤੇ ਚਰਚਾ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮਨਜੀਤ ਸਿੰਘ ਜੀਕੇ ਨੇ ਲਗਭਗ 55 ਕਰੋੜ ਦਾ ਘਪਲਾ ਕੀਤਾ, ਜਿਸ ਨੂੰ ਦੇਖਦੇ ਹੋਏ ਉਹਨਾਂ ਦੀ ਮੈਂਬਰਸ਼ਿਪ ਖਾਰਿਜ ਕਰ ਦਿੱਤੀ ਗਈ ਹੈ ਅਤੇ ਜੋ ਮਨਜੀਤ ਸਿੰਘ ਜੀਕੇ ਵੱਲੋਂ ਗੁਰਦੁਆਰਾ ਸਾਹਿਬ ਦੀ ਜਾਇਦਾਦ ਤੇ ਗੋਲਕਾਂ ਦੀ ਚੋਰੀ ਕੀਤੀ ਗਈ ਹੈ, ਉਸ ਨੂੰ 1 ਮਹੀਨੇ ਅੰਦਰ ਵਾਪਸ ਕੀਤਾ ਜਾਵੇ, ਨਹੀਂ ਤਾਂ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇੱਕ ਹੀ ਆਪਣੇ ਪੁਆਇੰਟ ਦੇ ਉੱਤੇ ਜਨਰਲ ਇਜਲਾਸ ਬੁਲਾਇਆ ਗਿਆ ਸੀ। ਜੋ ਪਿਛਲੇ ਦਿਨਾਂ ਦੇ ਅੰਦਰ ਗੁਰਦੁਆਰਾ ਕਮੇਟੀ ਦੀ ਲੁੱਟ ਖਸੁੱਟ ਹੋਈ ਆ, ਉਸ ਦੇ ਉੱਤੇ ਚਰਚਾ ਸਾਰੀ ਕਰਾਈ ਗਈ। ਸਾਰੇ ਮੈਂਬਰ ਸਾਹਿਬਾਨਾਂ ਨੂੰ ਕਿਹਾ ਗਿਆ ਸੀਗਾ ਕੋਈ ਵੀ ਕਾਗਜ਼ ਚਾਹੀਦਾ ਹੈ, ਕੋਈ ਵੀ ਉਹਨਾਂ ਨੂੰ ਜਵਾਬ ਚਾਹੀਦਾ ਉਹ ਲੈਣ। ਜਿਨ੍ਹਾਂ ਮੈਂਬਰ ਸਾਹਿਬਾਨਾਂ ਨੇ ਮੰਗੇ ਉਹਨਾਂ ਨੂੰ ਸਾਰੇ ਕਾਗਜ਼ ਦਿੱਤੇ ਗਏ ਔਰ ਖੁੱਲ੍ਹ ਕੇ ਅੱਜ 2.5 ਘੰਟੇ ਚਰਚਾ ਹੋਈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਰੇ ਹੀ ਮੈਂਬਰ ਸਾਹਿਬਾਨਾਂ ਨੇ ਜਿਹੜਾ ਮਿਲ ਕੇ ਇਸ ਗੱਲ ਦੇ ਉੱਤੇ ਬਹੁਤ ਵੱਡਾ ਜ਼ੋਰ ਦਿੱਤਾ ਕਿ ਸਾਨੂੰ ਪ੍ਰਬੰਧਾਂ ਦੇ ਅੰਦਰ ਹਰ ਤਰ੍ਹਾਂ ਦੀ ਜਿਹੜੀ ਆ ਉਹ ਟਰਾਂਸਪੇਰੈਂਸੀ ਹੋਣੀ ਚਾਹੀਦੀ ਆ। ਪ੍ਰਬੰਧਕ ਕੋਈ ਵੀ ਹੋਵੇ, ਲੇਕਿਨ ਗੁਰੂ ਦੀ ਗੋਲਕ ਜਿਹੜੀ ਆ ਉਹ ਹਰ ਸਿੱਖ ਦਾ ਫਰਜ਼ ਬਣਦਾ ਉਸ 'ਤੇ ਪਹਿਰਾ ਦੇਣਾ। ਔਰ ਸਾਰਿਆਂ ਨੇ ਇਸ ਦੇ ਅੰਦਰ ਸਾਥ ਦਿੱਤਾ ਔਰ ਅੱਜ ਦੇ ਅੰਦਰ ਜਿਹੜੇ ਅਹਿਮ ਫੈਸਲੇ ਕੀਤੇ ਗਏ, ਇੱਕ ਸਰਦਾਰ ਮਨਜੀਤ ਸਿੰਘ ਜੀਕੇ ਜਿਨ੍ਹਾਂ ਦੇ ਉੱਤੇ ਲਗਭਗ 55 ਕਰੋੜ ਰੁਪਏ ਦੀ ਗੋਲਕ ਚੋਰੀ ਦਾ ਇਲਜ਼ਾਮ ਆ, ਉਹਨਾਂ ਦੀ ਮੈਂਬਰਸ਼ਿਪ ਨੂੰ ਖਾਰਜ ਕਰ ਦਿੱਤਾ ਗਿਆ। ਦੂਜਾ, ਉਹਨਾਂ ਨੂੰ 2 ਮਹੀਨੇ ਦਾ ਟਾਈਮ ਦਿੱਤਾ, 1 ਮਹੀਨੇ ਦਾ ਟਾਈਮ ਦਿੱਤਾ ਗਿਆ, ਮਾਫੀ ਚਾਹੁੰਦਾ 2 ਦਾ ਹੋਇਆ ਸੀ, ਫਿਰ 1 ਤੇ ਆ ਗਏ, ਸਾਰੇ ਮੰਨੇ ਨਹੀਂ। 1 ਮਹੀਨੇ ਦਾ ਟਾਈਮ ਦਿੱਤਾ ਗਿਆ ਕਿ ਜਿਹੜੀ ਜਾਇਦਾਦ ਹੈ ਉਹ ਵਾਪਸ ਕਰਾਉਣ। ਜਿਹੜੀ ਉਹਨਾਂ ਨੇ ਆਪਣੇ ਸਹੁਰਿਆਂ ਦੀ ਜਾਇਦਾਦ ਗੁਰਦੁਆਰਾ ਕਮੇਟੀ ਨੂੰ ਦਾਨ 'ਚ ਮਿਲੀ ਸੀ, ਉਹ ਵਾਪਸ ਲਈ, ਉਹ ਵਾਪਸ ਦਿੱਤੀ ਜਾਵੇ। ਔਰ ਜੋ ਉਹਨਾਂ ਨੇ ਪੈਸਾ ਖਾਧਾ ਗੁਰਦੁਆਰਾ ਗੋਲਕ 'ਚੋਂ, ਉਹ ਪੈਸਾ ਵਾਪਸ ਦਿੱਤਾ ਜਾਵੇ। ਔਰ ਉਸ ਤੋਂ ਬਾਅਦ ਜਿਹੜਾ ਹੈ 1 ਮਹੀਨੇ ਦੇ ਅੰਦਰ ਅਗਰ ਉਹ ਵਾਪਸ ਦੇਣਗੇ ਤੇ ਫਿਰ ਅਗਲੀ ਕਾਰਵਾਈ ਜਿਹੜਾ ਜਨਰਲ ਇਜਲਾਸ ਦੁਬਾਰਾ ਤੈਅ ਕਰੇਗਾ ਕਿ ਉਹਨਾਂ ਦੀ ਮੈਂਬਰਸ਼ਿਪ ਦੇ ਉੱਤੇ ਕਿਆ ਦੁਬਾਰਾ ਪੁਨਰ ਵਿਚਾਰ ਕੀਤਾ ਜਾਣਾ ਜਾਂ ਨਹੀਂ ਕੀਤਾ ਜਾਣਾ। ਇਸ ਦੇ ਨਾਲ ਸਾਰੀਆਂ ਸਿੰਘ ਸਭਾਵਾਂ ਨੂੰ ਇਹ ਜਾਣਕਾਰੀ ਦਿੱਤੀ ਜਾਊਗੀ। ਗੁਰਦੁਆਰਾ ਸਾਹਿਬਾਨਾਂ ਦੇ ਬਾਹਰ ਬੋਰਡ ਲਗਾਏ ਜਾਣਗੇ, ਜਿਹੜੀ ਚੋਰੀ ਹੋਈ ਦੀ ਚੋਰੀ ਦੱਸੀ ਜਾਊਗੀ, ਸੰਗਤ ਨੂੰ ਦੱਸਿਆ ਜਾਊਗਾ ਗੁਰਦੁਆਰਾ ਸਾਹਿਬਾਨਾਂ ਅੰਦਰ ਵੀ ਇੰਨਾ ਵੱਡਾ ਗੋਲਕ ਚੋਰ ਆ, ਇਹਨੇ ਗੋਲਕ ਦੀਆਂ ਚੋਰੀਆਂ ਕੀਤੀਆਂ ਨੇ। ਉਸ ਨੂੰ ਮੌਕਾ ਦਿੱਤਾ ਗਿਆ ਸੀ ਆਉਣ ਦਾ, ਲੇਕਿਨ ਉਹ ਨਹੀਂ ਆਇਆ। ਉਹਦਾ ਭਰਾ ਆਇਆ ਸੀ, ਉਹਦੇ ਭਰਾ ਦੇ ਕੋਲ ਕੋਈ ਜਵਾਬ ਨਹੀਂ ਸੁਝਿਆ। ਹਰ ਸਵਾਲ ਦਾ ਉਹਨੂੰ ਜਵਾਬ ਪੁੱਛਿਆ ਗਿਆ, ਹਰ ਸਵਾਲ ਦਾ ਮੈਂਬਰਾਂ ਨੇ ਪੁੱਛਿਆ, ਵਿਪਕਸ਼ ਦੇ ਮੈਂਬਰਾਂ ਨੇ ਪੁੱਛਿਆ, ਜਿਹੜੇ ਦੂਜੀ ਪਾਰਟੀ ਦੇ ਮੈਂਬਰ ਉਹਨਾਂ ਨੇ ਪੁੱਛਿਆ, ਲੇਕਿਨ ਉਹਨਾਂ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਸੀ। ਇਹ ਤੈਅ ਕੀਤਾ ਗਿਆ ਗੁਰਦੁਆਰਾ ਕਮੇਟੀ ਵੱਲੋਂ ਕਿ ਐਸਾ ਇਹ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਨੇ ਜਿਹੜਾ ਜ਼ਿੰਦਗੀ ਦੇ ਅੰਦਰ ਦੁਬਾਰਾ ਕੋਈ ਗੁਰੂ ਦੀ ਗੋਲਕ ਵੱਲ ਵੇਖ ਨਾ ਸਕੇ। ਇਹਦੇ ਵਾਸਤੇ ਦੇਸ਼ ਭਰ ਦੀਆਂ ਜਿੰਨੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਸਾਰੀਆਂ ਚੋਰੀਆਂ ਦੀ ਜਾਣਕਾਰੀ ਦਿੱਤੀ ਜਾਊਗੀ। ਗੁਰੂ ਘਰਾਂ ਦੇ ਬਾਹਰ ਇਹਦਾ ਹੋਰਡਿੰਗ ਲਗਾ ਕੇ ਇਹ ਜਾਣਕਾਰੀ ਦਿੱਤੀ ਜਾਊਗੀ ਗੋਲਕ ਚੋਰੀ ਕਿੰਨੇ ਦੀ ਇਹਨੇ ਕੀਤੀ ਆ। ਔਰ ਸਾਰੀਆਂ ਸਿੰਘ ਸਭਾਵਾਂ ਨੂੰ ਵੀ ਇਹ ਬੇਨਤੀ ਕੀਤੀ ਜਾਊਗੀ ਉਹ ਵੀ ਆਪਣੇ ਗੁਰਦੁਆਰਾ ਸਾਹਿਬ ਦੇ ਬਾਹਰ ਇਸ ਨੂੰ ਲਿਖਤੀ ਤੌਰ ਤੇ ਲਾਉਣ ਜੋ ਇਹਨੇ ਚੋਰੀਆਂ ਕੀਤੀਆਂ ਨੇ। ਔਰ ਇਸ ਦੀਆਂ ਚੋਰੀਆਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਜਾਣਕਾਰੀ ਦਿੱਤੀ ਜਾਊਗੀ। ਜੋ ਤਨਖਾਹ ਦਾ ਵਿਸ਼ਾ ਹੈ ਉਹ ਸਾਡਾ ਨਹੀਂ ਹੁੰਦਾ, ਉਹ ਜਥੇਦਾਰ ਸਾਹਿਬ ਨੇ ਤੈਅ ਕਰਨਾ ਹੁੰਦਾ, ਸਿੰਘ ਸਾਹਿਬਾਨਾਂ ਨੇ ਤੈਅ ਕਰਨਾ ਹੁੰਦਾ ਹੈ। ਪਰ ਗੁਰਦੁਆਰਾ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਜੋ ਵੀ ਸਖਤ ਫੈਸਲੇ ਲਏ ਜਾ ਸਕਦੇ ਸੀ, ਯੂਨੈਨਿਮਸਟੀ ਸਾਰਿਆਂ ਨੇ ਇੱਕ ਤਰਫਾ ਸਾਰੇ ਫੈਸਲੇ ਲਏ ਨੇ ਕਿ ਕਿਸੇ ਵੀ ਸੂਰਤ ਅੰਦਰ ਗੋਲਕ ਦੀ ਚੋਰੀ ਐਡੀ ਵੱਡੀ ਨੂੰ ਬਰਦਾਸ਼ਤ ਨਾ ਕਰਦੇ ਹੋਏ ਮਨਜੀਤ ਸਿੰਘ ਜੀਕੇ ਦੀ ਮੈਂਬਰਸ਼ਿਪ ਨੂੰ ਖਾਰਜ ਕਰ। ਜਵਾਬ ਮੰਗੇ ਸੀ, ਉਹਨਾਂ ਕਿਹਾ ਕਿ ਪਹਿਲਾਂ ਮੈਨੂੰ ਤੁਸੀਂ ਦਿੱਲੀ ਕਮੇਟੀ 10 ਕਰੋੜ ਰੁਪਏ ਦਾ ਸ਼ਿਓਰਿਟੀ ਬੌਂਡ ਦੇਵੇ
ਕਿ ਜਿਹੜੀਆਂ ਮੈਂ ਗੱਲਾਂ ਦੱਸੂਗਾ ਉਹ ਸਮਾਜ 'ਚ ਨਹੀਂ ਦੱਸਣਗੇ, ਪਬਲਿਕ ਨੂੰ ਜ਼ਾਹਰ ਨਹੀਂ ਕਰਨਗੇ। ਇਹਦੀ ਮੈਨੂੰ ਗਰੰਟੀ ਦਿੱਤੀ ਜਾਵੇ। ਇਹ ਪਹਿਲੀ ਵਾਰ ਸੁਣਿਆ ਗਿਆ ਕਿ ਚੋਰ ਇਹ ਕਹਿ ਰਿਹਾ ਹੈ ਕਿ ਮੈਨੂੰ ਗਰੰਟੀ ਦਿਓ ਕਿ ਜਿਹੜੀ ਮੈਂ ਚੋਰੀ ਦੀਆਂ ਗੱਲਾਂ ਦੇ ਜਵਾਬ ਦਊਂਗਾ ਉਹ ਤੁਸੀਂ ਪਬਲਿਕ 'ਚ ਨਹੀਂ ਸ਼ੇਅਰ ਕਰੋਗੇ। ਔਰ ਬਾਰ-ਬਾਰ ਉਹਨੂੰ ਸਵਾਲ ਕੀਤੇ ਗਏ ਲੇਕਿਨ ਉਹ ਨਹੀਂ ਆਏ। ਅੱਜ ਦੇ ਹਾਊਸ ਅੰਦਰ ਵੀ ਸਾਨੂੰ ਉਮੀਦ ਸੀ ਕਿ ਉਹ ਪਬਲਿਕ 'ਚ ਆ ਕੇ ਸੰਗਤ ਦੇ ਸਾਹਮਣੇ ਆਪਣੀਆਂ ਗੱਲਾਂ ਨੂੰ ਦੱਸਣਗੇ, ਲੇਕਿਨ ਉਹ ਅੱਜ ਵੀ ਨਾਕਾਮ ਰਹੇ। ਔਰ ਆਪਣੇ ਭਰਾ ਨੂੰ ਭੇਜਿਆ ਸੀ ਜਿਸ ਨੂੰ ਸਾਰੇ ਸਵਾਲ ਬਕਾਇਦਾ ਵਿਪਕਸ਼ ਦੇ ਮੈਂਬਰਾਂ ਨੇ ਪੁੱਛੇ, ਲੇਕਿਨ ਉਹਨਾਂ ਕੋਲ ਕੋਈ ਜਵਾਬ ਨਹੀਂ ਸੁਝਿਆ। ਜੇ 1 ਮਹੀਨੇ 'ਚ ਨਹੀਂ ਜਵਾਬ ਦਿੰਦੇ ਅਗਲੀ ਕਾਰਵਾਈ ਕਮੇਟੀ ਦੀ ਕੀ ਰਹੇਗੀ? ਅਗਲੀ ਕਾਰਵਾਈ ਵਾਸਤੇ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਾਂਗੇ, ਸਿੰਘ ਸਾਹਿਬਾਨਾਂ ਚਰਨਾਂ 'ਚ ਬੇਨਤੀ ਕਰਾਂਗੇ, ਸਖਤ ਤੋਂ ਸਖਤ ਸਜ਼ਾ ਕੀਤੀ ਜਾਵੇ। ਪ੍ਰਾਪਰਟੀ ਕੁੜਕ ਕਰਨ ਵਾਸਤੇ ਅਸੀਂ ਕੋਰਟ 'ਚ ਲੈ ਕੇ ਜਾਵਾਂਗੇ ਔਰ ਪ੍ਰਾਪਰਟੀਆਂ ਨੂੰ ਕੁੜਕ ਕਰਾਵਾਂਗੇ ਔਰ ਗੁਰਦੁਆਰਾ ਕਮੇਟੀ ਦੀ ਗੋਲਕ ਦਾ ਪੈਸਾ ਕਿਸੇ ਸੂਰਤ ਅੰਦਰ ਜਾਣ ਨਹੀਂ ਦੇਣਾ। ਉਧਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅਸੀਂ ਮਨਜੀਤ ਸਿੰਘ ਜੀਕੇ ਨੂੰ ਆਪਣਾ ਸਪਸ਼ਟੀਕਰਨ ਦੇਣ ਲਈ ਪੂਰਾ ਸਮਾਂ ਦਿੱਤਾ, ਪਰ ਉਹ ਨਹੀਂ ਆਏ ਤੇ ਜਨਰਲ ਹਾਊਸ ਦੀ ਬੈਠਕ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਉਹਨਾਂ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਜਾਵੇ ਤੇ ਗੋਲਕ ਦੀ ਟ੍ਰਾਂਸਪੇਰੈਂਸੀ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦਾ ਘਪਲਾ ਕੋਈ ਨਾ ਕਰ ਸਕੇ। ਜਨਰਲ ਇਜਲਾਸ ਕਾਲ ਕੀਤਾ ਗਿਆ ਸੀ ਔਰ ਉਹਦੇ ਵਿੱਚ ਸਰਦਾਰ ਮਨਜੀਤ ਸਿੰਘ ਜੀਕੇ ਨੂੰ ਇੰਟੀਮੇਟ ਵੀ ਕੀਤਾ ਗਿਆ ਸੀ। ਪਹਿਲੇ ਵੀ ਕਾਲ ਕੀਤਾ ਗਿਆ ਸੀ ਕਿ ਜਿਹੜੇ ਇਲਜ਼ਾਮ ਉਹਨਾਂ ਦੇ ਉੱਤੇ ਚੋਰੀਆਂ ਦੇ ਲੱਗੇ ਨੇ ਗੁਰੂ ਦੀ ਗੋਲਕ ਦੇ ਉੱਤੇ, ਔਰ ਉਹਦੀ ਸਫਾਈ ਵੀ ਦੇਣ ਵਾਸਤੇ ਔਰ ਉਹਨਾਂ ਨੂੰ ਆਪਣਾ ਪੱਖ ਰੱਖਣ ਦੀ ਪੂਰੀ ਟਾਈਮ ਦਿੱਤਾ ਗਿਆ। ਮਗਰ ਅੱਜ ਬੜੀ ਅਫਸੋਸ ਦੀ ਗੱਲ ਕਿ ਇਸ ਜਨਰਲ ਹਾਊਸ ਦੇ ਵਿੱਚ ਜਿੱਥੇ ਵਿਪਕਸ਼ ਦੇ ਪਕਸ਼ ਦੇ ਸਾਰੇ ਮੈਂਬਰ ਸਾਹਿਬਾਨ ਆਏ, ਮਗਰ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਉਹ ਆਪ ਉੱਥੇ ਨਹੀਂ ਆਏ ਜਵਾਬ ਦੇਣ ਵਾਸਤੇ। ਔਰ ਅੱਜ ਸਾਰਿਆਂ ਨੇ ਸਾਰਿਆਂ ਨੇ ਮਿਲ ਕੇ ਇੱਕ ਸਹਿਮਤੀ ਪ੍ਰਗਟ ਕੀਤੀ, ਔਰ ਚਾਹੇ ਉਹ ਸਾਡੀ ਪਾਰਟੀ ਦੇ ਹੋਣ, ਚਾਹੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹੋਣ, ਚਾਹੇ ਕੇਂਦਰੀ ਸਿੰਘ ਸਭਾ ਵਾਲੇ ਹੋਣ, ਸਾਰਿਆਂ ਨੇ ਮਿਲ ਕੇ ਫੈਸਲਾ ਲਿਆ ਕਿ ਜਿਹੜੇ ਬੰਦੇ ਦੇ ਉੱਤੇ ਇਹਨੇ ਇਲਜ਼ਾਮ ਲਾਏ ਗਏ ਔਰ ਆਪਣੀ ਸਪਸ਼ਟੀਕਰਨ ਨਹੀਂ ਦੇ ਰਹੇ ਤੇ ਉਹਨਾਂ ਦੀ ਸਦੱਸਤਾ ਸਾਨੂੰ ਉੱਤੇ ਖਾਰਜ ਕਰਨੀ ਚਾਹੀਦੀ ਹੈ। ਔਰ ਸਾਰਿਆਂ ਨੇ ਮਿਲ ਕੇ ਇਹ ਸਹਿਮਤੀ ਪ੍ਰਗਟ ਕੀਤੀ ਹੈ। ਮਗਰ ਨਾਲੋਂ ਨਾਲ ਕਿਉਂਕਿ ਗੁਰੂ ਦੀ ਗੋਲਕ ਦੀ ਲੁੱਟ ਹੋਈ ਹੈ, ਉਹਦੇ ਪੈਸੇ ਦੀ ਰਿਕਵਰੀ ਕਰਨ ਵਾਸਤੇ 1 ਮਹੀਨੇ ਦਾ ਟਾਈਮ ਵੀ ਦਿੱਤਾ ਗਿਆ ਕਿ ਉਸ 1 ਮਹੀਨੇ ਦੇ ਵਿੱਚ ਆ ਕੇ ਆਪਣੀ ਉਸ ਪੈਸੇ ਨੂੰ ਗੁਰੂ ਦੀ ਗੋਲਕ ਵਿੱਚ ਜਮ੍ਹਾਂ ਕਰਾਉਣ। ਔਰ ਨਹੀਂ ਤੇ ਅਸੀਂ ਜਿਹੜੀ ਲੀਗਲ ਪ੍ਰੋਸੀਡਿੰਗਸ ਅਗਲੀਆਂ ਹੋਣੀਆਂ ਨੇ, ਕਿਉਂਕਿ ਕਈ ਜਗ੍ਹਾ ਤੇ ਲਾਇਆ ਜਾਂਦਾ ਹੈ ਕਿ ਜੀ ਅਸੀਂ ਖਾਰਜ ਨਹੀਂ ਕਰ ਸਕਦੇ, ਮਗਰ ਅੱਜ ਸਭ ਨੇ ਇੱਕ ਸਹਿਮਤੀ ਬਣਾਈ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਲੀਗਲ ਲੜਾਈ ਭਾਵੇਂ ਜਿੰਨੀ ਮਰਜ਼ੀ ਉਹ ਲੜਦੇ ਰਹਿਣ, ਕਿਉਂਕਿ ਬਹੁਤ ਜ਼ਿਆਦਾ ਇੱਕ ਪੁਆਇੰਟ ਦੇ ਉੱਤੇ ਡਿਸਕਸ਼ਨ ਹੋਈ, 15-16 ਪੁਆਇੰਟ ਸੀ। ਭਾਵੇਂ ਉਹ 80 ਲੱਖ ਰੁਪਏ ਦਾ ਸਿੱਧਾ ਕੈਸ਼ ਲੈਣ ਦੀ ਗੱਲ ਹੋਈ ਹੈ, ਭਾਵੇਂ ਉਹ ਵਰਦੀਆਂ ਦੇ ਮਾਮਲੇ ਦੀ ਗੱਲ ਕਰੀਏ, ਭਾਵੇਂ ਉਹ ਟੈਂਟਾਂ ਦੇ ਮਾਮਲੇ ਦੀ ਗੱਲ ਕਰੀਏ, ਭਾਵੇਂ ਉਹ ਕਿਤਾਬਾਂ ਛਪਵਾਉਣ ਦੀ ਗੱਲ ਕਰੀਏ, ਇਹ ਸਾਰੇ ਜਿਹੜੇ ਪੁਆਇੰਟ ਸੀ ਸਾਰਿਆਂ ਦੇ ਉੱਤੇ ਵਿਸਤਾਰਪੂਰਵਕ ਇੱਕ ਪੁਆਇੰਟ ਦੇ ਉੱਤੇ ਗੱਲ ਕੀਤੀ ਔਰ ਕਿਸੇ ਬੰਦੇ ਕੋਲੋਂ ਕੋਈ ਜਵਾਬ ਨਹੀਂ ਸੀ। ਜਿਹੜਾ ਜਵਾਬ ਉਹਨਾਂ ਨੇ ਸਾਡੇ ਕੋਲ ਮੰਗਣਾ ਚਾਹਿਆ ਅਸੀਂ ਉਹਨਾਂ ਨੂੰ ਦਿੱਤਾ ਵੀ। ਔਰ ਇਹਦੇ ਨਾਲ ਸਾਰੇ ਅਸੀਂ ਇੱਕ ਫੈਸਲਾ ਲਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜਿਹੜੀ ਲੁੱਟ ਹੋਈ ਹੈ ਇਹਨੂੰ ਘਰ ਘਰ ਤੱਕ ਜ਼ਰੂਰ ਪਹੁੰਚਾਏਗੀ। ਸੰਗਤਾਂ ਦੇ ਵਿੱਚ ਇਹਦਾ ਜਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕੱਲ ਕਿਸੇ ਦੇ ਉੱਤੇ ਪਹਿਲੀ ਗੱਲ ਤੇ ਕੋਈ ਇਹੋ ਜਿਹੀ ਜ਼ਰੂਰਤ ਦੁਬਾਰਾ ਕਰ ਨਾ ਸਕੇ, ਔਰ ਦੂਜੀ ਗੱਲ ਜਿਨ੍ਹਾਂ ਦੇ ਉੱਤੇ ਗਲਤ ਇਲਜ਼ਾਮ ਵੀ ਲੱਗਦੇ ਨੇ ਤੇ ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਕਿ ਸਾਡੀ ਸਫਾਈ ਦੇ ਵਿੱਚ ਸਾਹਮਣੇ ਆਈ। ਦੱਸ ਦਈਏ ਮਨਜੀਤ ਸਿੰਘ ਜੀਕੇ ਤੋਂ ਪਹਿਲਾਂ ਵੀ ਇਸ ਘਪਲੇ ਨੂੰ ਲੈ ਕੇ ਜਵਾਬ ਮੰਗੇ ਗਏ, ਪਰ ਉਹਨਾਂ ਵੱਲੋਂ ਇਹ ਆਖਿਆ ਗਿਆ ਸੀ ਕਿ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ 10 ਕਰੋੜ ਦਾ ਸ਼ੋਰਿਟੀ ਬੌਂਡ ਬਣਾ ਕੇ ਇਹ ਪੱਕਾ ਕੀਤਾ ਜਾਵੇ ਕਿ ਉਹਨਾਂ ਦੀਆਂ ਗੱਲਾਂ ਜਗ ਜ਼ਾਹਿਰ ਨਹੀਂ ਕੀਤੀਆਂ ਜਾਣਗੀਆਂ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਮਨਜੀਤ ਸਿੰਘ ਜੀਕੇ ਨੇ ਜੇ ਹਿਸਾਬ ਨਾ ਦਿੱਤਾ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਨਗੇ ਕਿ ਮਨਜੀਤ ਸਿੰਘ ਜੀਕੇ ਦੀ ਪ੍ਰਾਪਰਟੀ ਕੁਰਕ ਕਰਕੇ ਗੁਰਦੁਆਰਾ ਸਾਹਿਬ ਦਾ ਪੈਸਾ ਪੂਰਾ ਕੀਤਾ ਜਾਵੇ। ਜਸਮੀਤ ਸਿੰਘ, PDC ਨਿਊਜ਼, ਦਿੱਲੀ। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਬੀਤੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸ਼ਾਲੀਮਾਰ ਬਾਗ ਵਿੱਚ ਮੁਗਲ ਸ਼ਾਸਨ ਔਰੰਗਜ਼ੇਬ ਦੀ ਕਬਰ ਦਾ ਨਵੀਨੀਕਰਨ ਕੀਤਾ ਜਾ ਰਿਹਾ, ਜਿਸ ਦਾ ਉਹ ਸਖਤ ਵਿਰੋਧ ਕਰਦੇ ਨੇ। ਹੋਰ ਕੀ ਕੁਝ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਉਹਨਾਂ ਵੱਲੋਂ, ਆਓ ਸੁਣਦੇ ਹਾਂ। ਦਿੱਲੀ ਦੇ ਅੰਦਰ ਔਰੰਗਜ਼ੇਬ ਦੇ ਸਥਾਨ ਦੀ ਮਹਿਮਾ ਮੰਡਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਆ, ਜਿੱਥੇ ਔਰੰਗਜ਼ੇਬ ਨੂੰ ਰਾਜ ਤਿਲਕ ਲਗਾਇਆ ਗਿਆ ਸੀ, ਗੱਦੀ ਨਸ਼ੀਨ ਕਰਾਇਆ ਗਿਆ ਸੀ। ਸ਼ਾਲੀਮਾਰ ਬਾਗ ਦਾ ਉਹ ਸਥਾਨ ਜਿੱਥੇ ਉਸ ਨੂੰ ਗੱਦੀ ਤੇ ਬਿਠਾਇਆ ਗਿਆ, ਉਸ ਨੂੰ ਰੀਸਟੋਰ ਕਰਨ ਦੀ ਗੱਲ ਕੀਤੀ ਜਾ ਰਹੀ ਆ, ਉਸ ਦੀ ਨਵੀਕਰਨ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਔਰੰਗਜ਼ੇਬ ਦੀ ਮਹਿਮਾ ਮੰਡਲ ਕਰਨਾ ਕਿਸੇ ਵੀ ਸੂਰਤ ਅੰਦਰ ਸਾਨੂੰ ਲੋਕਾਂ ਨੂੰ ਬਰਦਾਸ਼ਤ ਨਹੀਂ।
ਔਰੰਗਜ਼ੇਬ ਇੱਕ ਅਤਿਆਚਾਰੀ, ਇੱਕ ਦੁਰਾਚਾਰੀ, ਇੱਕ ਪਾਪੀ, ਇੱਕ ਐਸਾ ਸ਼ਾਸਕ ਸੀ ਜਿਸ ਨੇ ਲੱਖਾਂ ਬੇਗੁਨਾਹ ਲੋਕਾਂ ਨੂੰ ਧਰਮ ਦੇ ਨਾਮ ਤੇ ਮਾਰਿਆ, ਇਸ ਦੇਸ਼ ਨੂੰ ਲੁੱਟਿਆ ਤੇ ਕੁੱਟਿਆ। ਇਸ ਦੇਸ਼ ਦੇ ਅੰਦਰ ਲੋਕਾਂ ਨੇ ਜਦੋਂ ਦੁਹਾਈਆਂ ਦਿੱਤੀਆਂ, ਮਿੰਨਤਾਂ ਤਰਲੇ ਮਾਰੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਜਾ ਕੇ ਬੇਨਤੀਆਂ ਕੀਤੀਆਂ। ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਮੁਲਕ ਦੀ ਆਬਰੂ ਬਚਾਉਣ ਵਾਸਤੇ, ਇਸ ਮੁਲਕ ਦੀ ਇੱਜ਼ਤ ਬਚਾਉਣ ਵਾਸਤੇ, ਇਸ ਮੁਲਕ ਦੇ ਤਿਲਕ ਤੇ ਜੰਜੂ ਨੂੰ ਬਚਾਉਣ ਵਾਸਤੇ, ਇਸ ਮੁਲਕ ਦੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ, ਇਸ ਮੁਲਕ ਦੇ ਇਤਿਹਾਸ ਨੂੰ ਬਚਾਉਣ ਵਾਸਤੇ, ਇਸ ਮੁਲਕ ਦੇ ਲੋਕਾਂ ਤੇ ਹੋ ਰਹੇ ਅਤਿਆਚਾਰ ਤੋਂ ਬਚਾਉਣ ਵਾਸਤੇ ਆਪਣੀ ਇੰਨੀ ਵੱਡੀ ਸ਼ਹਾਦਤ ਦਿੱਤੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮੇ 'ਚ ਲਿਖ ਕੇ ਲਾਹਣਤਾਂ ਪਾਉਂਦੇ ਹੋਏ ਕਿਹਾ ਸੀ, ਔਰੰਗਜ਼ੇਬ ਤੂੰ ਸਾਡੇ ਸਾਹਿਬਜ਼ਾਦਿਆਂ ਦੇ ਉੱਤੇ ਐਸਾ ਅਤਿਆਚਾਰ ਕਰਕੇ, ਉਹਨਾਂ ਨੂੰ ਸ਼ਹੀਦ ਕਰਕੇ ਤੇ ਸਾਨੂੰ ਡਰਾ ਨਹੀਂ ਸਕਦਾ। ਐਸੇ ਦੁਰਾਚਾਰੀ ਸ਼ਾਸਕ ਦਾ ਮਹਿਮਾ ਮੰਡਲ ਕਰਨਾ, ਐਸੇ ਦੁਰਾਚਾਰੀ ਸ਼ਾਸਕ ਦੀ ਕੋਰਨੇਸ਼ਨ ਸਾਈਟ ਜਿਸ ਦੇ ਉੱਤੇ ਰਾਜ ਤਿਲਕ ਕੀਤਾ ਗਿਆ, ਉਸ ਦਾ ਨਵੀਕਰਨ ਕਰਕੇ ਉਸ ਦੀ ਮਹਿਮਾ ਮੰਡਲੀ ਕਰਨੀ, ਇਹ ਇਹਨਾਂ ਗੱਲਾਂ ਦੇ ਉੱਤੇ ਨੂੰ ਜਸਟੀਫਾਈ ਕਰਦਾ ਹੈ, ਉਹਦੇ ਦੁਆਰਾ ਕੀਤੇ ਗਏ ਕੰਮਾਂ ਨੂੰ ਜਸਟੀਫਾਈ ਕਰਦਾ ਹੈ, ਉਸ ਦੀ ਇਸ ਸੋਚ ਨੂੰ ਜਸਟੀਫਾਈ ਕਰਦਾ ਹੈ ਕਿ ਜੋ ਉਹਨੇ ਧਰਮ ਪਰਿਵਰਤਨ ਦੇ ਉੱਤੇ ਹਮਲੇ ਕੀਤੇ ਉਹ ਜਾਇਜ਼ ਸੀ, ਜੋ ਕਿ ਕਿਸੇ ਵੀ ਸੂਰਤ ਅੰਦਰ ਸਾਨੂੰ ਬਰਦਾਸ਼ਤ ਨਹੀਂ। ਇਸ ਤਰ੍ਹਾਂ ਦੀ ਮਹਿਮਾ ਮੰਡਲ ਔਰੰਗਜ਼ੇਬ ਦੀ ਕੀਤੀ ਜਾਵੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਉੱਤੇ ਅਤਿਆਚਾਰ ਕਰਨ ਵਾਲੇ ਦੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਕਰਨ ਵਾਲੇ ਦੀ, ਇਹ ਕਿਸੇ ਵੀ ਸੂਰਤ ਅੰਦਰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਦਿਨ ਮਨਾਇਆ ਜਾ ਰਿਹਾ ਹੈ। ਦੇਸ਼ ਦੇ ਰਾਸ਼ਟਰਪਤੀ ਨੇ ਪਾਰਲੀਮੈਂਟ ਸੰਬੋਧਿਤ ਕਰਦਿਆਂ ਪੂਰੇ ਦੇਸ਼ ਔਰ ਦੁਨੀਆ ਨੂੰ ਦੱਸਿਆ, ਪ੍ਰਧਾਨ ਮੰਤਰੀ ਨੇ, ਦੇਸ਼ ਦੇ ਰਾਸ਼ਟਰਪਤੀ ਨੇ ਦੇਸ਼ ਦੇ ਲੋਕਾਂ ਨੂੰ ਪਾਰਲੀਮੈਂਟ ਦੇ ਮਾਧਿਅਮ ਤੋਂ ਸੰਬੋਧਿਤ ਕਰਦੇ ਦੱਸਿਆ ਕਿ ਕਿਤਨਾ ਭਾਰਤ ਦੀ ਸਰਕਾਰ ਇਸ ਨੂੰ ਬਹੁਤ ਵੱਡੇ ਪੱਧਰ ਤੇ ਮਨਾਏਗੀ, ਔਰ ਦੂਜੇ ਪਾਸੇ ਔਰੰਗਜ਼ੇਬ ਦਾ ਦਿਨ ਮਨਾਇਆ ਜਾ ਰਿਹਾ ਹੈ, ਔਰੰਗਜ਼ੇਬ ਦੀ ਗੱਦੀ ਦਾ ਨੂੰ ਰਿਸਟੋਰ ਕੀਤਾ ਜਾ ਰਿਹਾ ਹੈ। ਮੈਂ ਇਹ ਵੀ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ, ਸਾਡੀ ਇਸ ਤੋਂ ਐਡੀ ਵੱਡੀ ਸਖਤ ਖਿਲਾਫਤ ਸੀ ਕਿ ਬਾਬਾ ਬਘੇਲ ਸਿੰਘ ਜੀ, ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ, ਬਾਬਾ ਜੱਸਾ ਸਿੰਘ ਰਾਮਗੜੀਆ ਜੀ ਨੇ ਜਿਸ ਵੇਲੇ ਦਿੱਲੀ ਦੇ ਇਸ ਤਖਤ ਨੂੰ ਫਤਿਹ ਕੀਤਾ, ਔਰ ਉਸ ਤਖਤ ਨੂੰ ਜਿਹਦੇ ਤੇ ਬੈਠ ਕੇ ਔਰੰਗਜ਼ੇਬ ਬੜੇ ਮਾਣ ਦੇ ਨਾਲ ਰਾਜ ਤਿਲਕ ਲਗਾਇਆ ਕਰਦਾ ਸੀ, ਉਸ ਤਖਤ ਤੇ ਤਾਊਜ਼ ਨੂੰ ਬੰਨ੍ਹ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਚਰਨਾਂ 'ਚ ਲਿਜਾ ਕੇ ਸੁੱਟਿਆ। ਸਾਡੇ ਨਜ਼ਰ ਦੇ ਅੰਦਰ ਔਰੰਗਜ਼ੇਬ ਇੱਕ ਅਤਿਆਚਾਰੀ ਔਰ ਦੁਰਾਚਾਰੀ ਸੀ, ਜਿਸ ਨੂੰ ਸਿੱਖ ਕੌਮ ਨੇ ਕਦੀ ਬਰਦਾਸ਼ਤ ਨਹੀਂ ਕੀਤਾ। ਉਸ ਦੇ ਇਤਿਹਾਸ ਨੂੰ ਸੁਰਜੀਤ ਕਰਨ ਦਾ ਮਤਲਬ ਆ ਉਹਨਾਂ ਲੋਕਾਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਜਿਹੜੇ ਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਔਰੰਗਜ਼ੇਬ ਦੇ ਇਹਨਾਂ ਅਤਿਆਚਾਰਾਂ ਦੇ ਉੱਤੇ ਪਰਦੇ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਔਰੰਗਜ਼ੇਬ ਦੇ ਦੁਆਰਾ ਕੀਤੇ ਗਏ ਜ਼ੁਲਮਾਂ ਤੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਸ ਨੂੰ ਅਸੀਂ ਕਿਸੇ ਸੂਰਤ ਅੰਦਰ ਬਰਦਾਸ਼ਤ ਨਹੀਂ ਕਰਾਂਗੇ। ਅੱਜ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ, ਦੇਸ਼ ਦੀ ਸਰਕਾਰ ਨੂੰ, ਦਿੱਲੀ ਦੇ ਮੁੱਖ ਮੰਤਰੀ ਜੀ ਨੂੰ, ਦਿੱਲੀ ਦੀ ਸਰਕਾਰ ਨੂੰ, ASI ਡਿਪਾਰਟਮੈਂਟ ਨੂੰ ਅੱਜ ਅਸੀਂ ਚੇਤਾਵਨੀ ਔਰ ਰਿਕੁਐਸਟ ਕਰਦੇ ਪਏ ਹਾਂ, ਇਸ ਕੰਮ ਨੂੰ ਤੁਰੰਤ ਰੋਕਿਆ ਜਾਵੇ। ਨਹੀਂ, ਅਸੀਂ ਖੁਦ ਸੜਕਾਂ ਤੇ ਉਤਰਾਂਗੇ, ਅਸੀਂ ਉੱਥੇ ਜਾ ਕੇ ਇਸ ਕੰਮ ਨੂੰ ਰੋਕਾਂਗੇ। ਕਿਸੇ ਵੀ ਸੂਰਤ ਅੰਦਰ ਔਰੰਗਜ਼ੇਬ ਦੀ ਮਹਿਮਾ ਮੰਡਲੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਹੱਥ ਉਸ ਵੇਲੇ ਹੋਰ ਮਜ਼ਬੂਤ ਹੋ ਗਏ ਜਦੋਂ ਪਾਰਟੀ ਦੇ ਪੁਰਾਣੇ ਆਗੂ ਸੁਖਵਿੰਦਰ ਸਿੰਘ ਬੱਬਰ ਦੀ ਘਰ ਵਾਪਸੀ ਹੋਈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿੱਚ ਮੁੜ ਸ਼ਾਮਲ ਹੋਣ ਤੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਸੁਖਵਿੰਦਰ ਸਿੰਘ ਬੱਬਰ ਦਾ ਸਰੋਪਾ ਪਾ ਕੇ ਸਵਾਗਤ ਕੀਤਾ ਗਿਆ ਤੇ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਹਰਮੀਤ ਸਿੰਘ ਕਾਲਕਾ ਨੇ ਦੱਸਿਆ, ਭਰਾਵਾਂ ਦੀ ਤਾਨਾਸ਼ਾਹੀ ਰਵੱਈਏ ਕਾਰਨ ਸੁਖਵਿੰਦਰ ਸਿੰਘ ਬੱਬਰ ਘੁਟਨ ਮਹਿਸੂਸ ਕਰ ਰਹੇ ਸੀ, ਜਿਸ ਕਰਕੇ ਉਹਨਾਂ ਨੇ ਆਪਣੀ ਮਾਂ ਪਾਰਟੀ ਨਾਲ ਮੁੜ ਜੁੜਨ ਦਾ ਫੈਸਲਾ ਕੀਤਾ। ਸਰਦਾਰ ਸੁਖਵਿੰਦਰ ਸਿੰਘ ਬੱਬਰ ਜਿਹੜੇ ਬਹੁਤ ਹੀ ਜੁਝਾਰੂ ਔਰ ਮਿਹਨਤੀ ਵਰਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ, ਔਰ ਬੜੇ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਹੇ ਸੀ। ਕਿਸੇ ਕਾਰਨਵਸ਼ ਪਿਛਲੇ ਕੁਝ ਸਮੇਂ ਪਹਿਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਿੱਚ ਉਹਨਾਂ ਨੇ ਜੁਆਇਨਿੰਗ ਕੀਤੀ ਸੀ, ਔਰ ਜੋ ਉਹਨਾਂ ਨੇ ਉੱਥੇ ਜਾ ਕੇ ਮਾਹੌਲ ਦੇਖਿਆ ਔਰ ਜਿਸ ਕਿਸਮ ਦੀ, ਕਿਉਂਕਿ ਇੱਕ ਪਾਰਟੀ ਦਾ ਨਾਮ ਜਿਸ ਪਾਰਟੀ ਨੂੰ ਦਿੱਤਾ ਜਾਂਦਾ ਹੈ, ਪਾਰਟੀ ਨਾ ਹੋ ਕੇ ਉਹ ਘਰ ਦੀ ਭਰਾਵਾਂ ਦੀ ਇੱਕ ਦੋ ਬੰਦਿਆਂ ਦੀ ਆਪਸ ਦੀ ਟੀਮ ਹੈ, ਔਰ ਉਸ ਟੀਮ ਕਰਕੇ ਜਿਹੜਾ ਲੋਕਾਂ ਦੇ ਉੱਤੇ ਫਤਵਾ ਜ਼ਾਹਿਰ ਕਰਦੇ ਨੇ, ਔਰ ਖਾਸ ਤੌਰ ਤੇ ਜਿਹੜੀਆਂ ਆਈਆਂ ਇਲੈਕਸ਼ਨ ਸੀ ਉਹਦੇ ਵਿੱਚ ਉਹਨਾਂ ਨੇ ਜਿਹੜੀ ਕਾਂਗਰਸ ਦੇ ਨੂੰ ਸਪੋਰਟ ਕਰਨ ਦੀ ਗੱਲ ਕੀਤੀ।
ਸਰਦਾਰ ਸੁਖਵਿੰਦਰ ਸਿੰਘ ਬੱਬਰ ਜਿੰਦਾ ਉਹਨਾਂ ਦਾ ਜਿੱਥੇ ਉਹਦੇ ਦਮ ਘੁੱਟ ਰਿਹਾ ਸੀ, ਉਹਨਾਂ ਨੇ ਫੈਸਲਾ ਲਿਆ ਕਿ ਆਪਣੀ ਜਮਾਤ ਜਿੱਥੇ ਪੈਦਾ ਹੋਏ, ਜਿੱਥੇ ਵੱਡੇ ਹੋਏ, ਜਿਹੜੀ ਅਕਾਲੀ ਦਲ ਜਿਹਨੇ ਹਮੇਸ਼ਾ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ, 84 ਦੀ ਲੜਾਈ ਲੜੀ, ਉਹਦੇ ਵਿੱਚ ਉਹਨਾਂ ਨੇ ਆਪਣੀ ਵਾਪਸ ਸ਼ਮੂਲੀਅਤ ਪਾਈ ਹੈ। ਮੈਂ ਜਿੱਥੇ ਉਹਨਾਂ ਨੂੰ ਜੀ ਆਇਆਂ ਕਹਿੰਦਾ, ਇਹ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਏ ਨੇ। ਔਰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਇਸ ਇਲਾਕੇ ਤੋਂ ਸਰਦਾਰ ਜਸਮੀਤ ਸਿੰਘ ਨੋਨੀ, ਸਰਦਾਰ ਜਤਿੰਦਰਪਾਲ ਸਿੰਘ ਜੀ ਗੋਲਡੀ, ਸਰਦਾਰ ਗੁਰਮੀਤ ਸਿੰਘ ਜੀ ਪਾਟਿਆ, ਸਰਦਾਰ ਭੁਪਿੰਦਰ ਸਿੰਘ ਜੀ ਭੁੱਲਣ, ਸਰਦਾਰ ਹਰਜੀਤ ਸਿੰਘ ਜੀ ਪੱਪਾ ਜੀ, ਸਰਦਾਰ ਓਂਕਾਰ ਸਿੰਘ ਜੀ ਰਾਜਾ ਜੀ, ਔਰ ਇਸ ਇਲਾਕੇ ਤੋਂ ਸਾਬਕਾ ਐਮਐਲਏ ਸਰਦਾਰ ਜਤਿੰਦਰਪਾਲ ਸਿੰਘ ਜੀ ਸ਼ੰਟੀ, ਉਹ ਵੀ ਸਾਡੇ ਵਿੱਚ ਇੱਥੇ ਪਹੁੰਚੇ ਨੇ। ਲੋਕਾਂ ਦੇ ਵਿੱਚ ਕਿਉਂਕਿ ਸਾਰੀ ਕਮੇਟੀ ਮੈਂਬਰਾਂ 'ਚ ਇੱਕ ਪਿਆਰ ਔਰ ਉਤਸ਼ਾਹ, ਕਿਉਂਕਿ ਇਹਨਾਂ ਨੇ ਇੱਕ ਪਿਆਰ ਆਪਣਾ ਬਣਾ ਕੇ ਰੱਖਿਆ ਹੋਇਆ ਸੀ ਔਰ ਪਰਿਵਾਰ ਦੇ ਵਿੱਚ ਅੱਜ ਵਾਪਸ ਆਏ। ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ। ਜਿੱਦਾਂ ਕਿ ਮੈਂ ਪਿਛਲੇ 11-12 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਿਹਾ। ਪਿਛਲੇ ਕੁਝ ਸਮੇਂ ਤੋਂ ਜੋ ਮਨਮੁਟਾਵ ਸੀਗੇ, ਉਸ ਕਾਰਨ ਮੈਨੂੰ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਜੁਆਇਨ ਕਰਨੀ ਪਈ ਸੀ। ਔਰ ਉਹ ਪਾਰਟੀ ਜੁਆਇਨ ਕਰਨ ਤੋਂ ਬਾਅਦ ਜੋ ਮੈਂ ਉਹਨਾਂ ਦਾ ਮਾਹੌਲ, ਉਸ ਪਾਰਟੀ ਦਾ ਮਾਹੌਲ ਦੇਖਿਆ, ਉਹਨਾਂ ਦਾ ਕੰਮ ਕਰਨ ਦਾ ਤਰੀਕਾ ਦੇਖਿਆ, ਜੋ ਕਿ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ। ਉੱਥੇ ਸਿਰਫ ਔਰ ਸਿਰਫ ਮੋਨੋਪੋਲੀ ਹੈ, 2 ਬ੍ਰਦਰ ਸੀ। ਉੱਥੇ ਕਿਸੇ ਦਾ ਕੋਈ ਹੋਰ ਨਾ ਕੋਈ ਅਧਿਕਾਰ ਹੈ ਬੋਲਣ ਦਾ, ਆਪਣੀ ਗੱਲ ਰੱਖਣ ਦਾ, ਸਿਰਫ ਦੋਨਾਂ ਭਰਾਵਾਂ ਦੀ ਜਿਹੜੀ ਹੈ ਚਲਦੀ ਹੈ। ਤੇ ਇਸ ਕਰਕੇ ਮੈਨੂੰ ਘੁਟਨ ਮਹਿਸੂਸ ਹੋਈ ਔਰ ਮੈਂ ਆਪਣੇ ਪਰਿਵਾਰ 'ਚ ਵਾਪਸੀ ਕੀਤੀ ਹੈ। ਮੈਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਦਾ, ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਸਾਹਿਬ ਦਾ, ਜਤਿੰਦਰ ਸਿੰਘ ਸ਼ੰਟੀ ਜੀ ਦਾ ਔਰ ਸਮੂਹ ਦਿੱਲੀ ਕਮੇਟੀ ਦੇ ਆਏ ਮੈਂਬਰਾਂ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਬਖਸ਼ਿਆ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਬੱਬਰ ਸਾਹਿਬ ਸੁਖਵਿੰਦਰ ਸਿੰਘ ਜੀ ਜੋ ਆਪਣੇ ਆਪ ਵਿੱਚ ਇੱਕ ਖਾਲੀ ਨੇਤਾ ਹੀ ਨਹੀਂ, ਸਮਾਜ ਦੇ ਸੇਵਕ ਵੀ ਹਨ ਔਰ ਉਹ ਕੰਮ ਸਮਾਜ ਦੇ ਕਰਦੇ ਹਨ ਜਿਹੜੇ ਲੋਕਾਂ ਵਾਸਤੇ ਬਹੁਤ ਜ਼ਰੂਰੀ ਹਨ, ਜ਼ਰੂਰਤਮੰਦਾਂ ਵਾਸਤੇ। ਮੈਂ ਸਮਝਦਾ ਵਾਂ ਇਹਨਾਂ ਦੀ ਘਰ ਵਾਪਸੀ ਜਿਹੜੀ ਹੋਈ ਹੈ ਅੱਜ, ਹਰਮੀਤ ਸਿੰਘ ਕਾਲਕਾ ਜੀ ਨੇ ਜੋ ਐਫਰਟਸ ਕੀਤੇ ਹਨ ਔਰ ਬੱਬਰ ਜੀ ਦੇ ਕੰਮਾਂ ਨੂੰ ਦੇਖਦੇ ਹੋਏ, ਇਹਨਾਂ ਦੀ ਡੈਡੀਕੇਸ਼ਨ, ਇਹਨਾਂ ਦੀ ਕੰਟਰੀਬਿਊਸ਼ਨ ਫॉर ਦਾ ਅਕਾਲੀ ਦਲ ਪਿਛਲੇ ਕਈ ਸਾਲਾਂ ਤੋਂ, ਚਾਹੇ ਉਹ 84 ਦੇ ਦੰਗੇ ਦੇ ਵਾਸਤੇ, ਨਿਆਂ ਵਾਸਤੇ ਪ੍ਰਦਰਸ਼ਨ ਹੋ, ਚਾਹੇ ਉਹ ਸਾਡੇ ਇਲੈਕਸ਼ਨ ਦਾ ਕੰਮ ਹੋਏ, ਚਾਹੇ ਉਹ ਕੌਮ ਦੀ ਸੇਵਾ ਹੋਏ, ਚਾਹੇ ਕਿਤੇ ਹੜ੍ਹ ਆ ਜਾਏ, ਡਿਜ਼ਾਸਟਰ ਵਾਸਤੇ, ਹਰ ਜਗ੍ਹਾ ਬਲੱਡ ਡੋਨੇਸ਼ਨ ਕੈਂਪ ਵਾਸਤੇ ਬੱਬਰ ਸਾਹਿਬ ਨੇ ਬਹੁਤ ਕੰਮ ਕੀਤੇ। ਮੈਂ ਇੱਕ ਵਧਾਈ ਦਿੰਦਾ ਖਾਸ ਕਰਕੇ ਕਾਲਕਾ ਜੀ ਨੂੰ, ਸਿਰਸਾ ਜੀ ਨੂੰ, ਭੁੰਦਰ ਸਾਹਿਬ ਨੂੰ ਕਿ ਉਹਨਾਂ ਨੇ ਬੱਬਰ ਜੀ ਨੂੰ ਵਾਪਸ ਲਿਆ ਕੇ ਇੱਕ ਨਵੀਂ ਜਾਨ ਫੂਕ ਦਿੱਤੀ ਹੈ। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਇਸ ਪ੍ਰੋਗਰਾਮ ਦੇ ਸੰਬੰਧੀ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.com। ਫਿਲਹਾਲ ਦੀ ਇਜਾਜ਼ਤ, ਅਗਲੇ ਹਫਤੇ ਖਾਸ ਪੇਸ਼ਕਸ਼ ਲੈ ਕੇ ਮੁੜ ਤੋਂ ਹੋਵਾਂਗੇ ਹਾਜ਼ਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।